ਇਹ ਸਾਰਾ ਖਰਚਾ ਮੈਂ ਕੀਤਾ ਹੈ। ਸਾਡਾ ਵਿਆਹ ਦੇ ਵਿੱਚ ਲਗਭਗ 1 ਕਰੋੜ ਰੁਪਇਆ ਖਰਚ ਹੋਇਆ ਟੋਟਲ। ਇਹਨੂੰ ਸ਼ਾਪਿੰਗ ਕਰਾਣੀ ਹੈ ਤਾਂ ਮੇਰੇ ਬੇਟੇ ਨੇ ਭੇਜੇ। ਇਹਨੂੰ ਆਈਫੋਨ ਚਾਹੀਦਾ, ਮੇਰੇ ਬੇਟੇ ਨੇ ਉੱਥੇ ਲੈ ਕੇ ਦਿੱਤਾ। ਉਸ ਮੁੰਡੇ ਨੇ ਫਿਰ ਸਾਨੂੰ ਪੂਰੇ ਸਬੂਤ ਦਿੱਤੇ ਵਿਆਹ ਦੇ, ਤੇ ਉਹਦੀ ਸਾਡੇ ਕੋਲ 40 ਮਿੰਟ ਦੀ ਰਿਕਾਰਡਿੰਗ ਹੈ ਉਹਦੀ। ਤੇ ਤੁਹਾਡੀ ਪੂਰੀ ਫੈਮਿਲੀ ਨੂੰ ਕਿਹਾ ਵੀ ਤੁਸੀਂ ਉਹਨਾਂ ਦੇ ਨਾਲ ਫਰਾਡ ਕੀਤਾ ਜੀ। ਇਹਨਾਂ ਦਾ ਮਨਸ਼ਾਈ ਪੱਕੇ ਹੋਣ ਦੀ ਸੀ। ਇਹਨਾਂ ਨੇ ਵੱਡੀ ਗੱਲ ਨਹੀਂ ਕਿ ਹੋਰ ਤੀਜੇ ਹਸਬੈਂਡ। ਤੁਸੀਂ ਇਹ ਦੱਸ ਸਕਦੇ ਹੋ ਜੀ ਤੁਹਾਡੀ ਬੇਟੀ ਹੁਣ ਕਿਹਦੇ ਨਾਲ ਮੈਰਿਡ ਹੈ ਫਿਲਹਾਲ ਜੀ? ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਤੁਸੀਂ ਅਕਸਰ ਬਹੁਤ ਇਸ ਤਰ੍ਹਾਂ ਦੇ ਕੇਸਿਸ ਬਾਰੇ ਸੁਣਿਆ ਹੋਣਾ, ਜਿਹਦੇ ਵਿੱਚ ਮੁੰਡੇ ਜਾਂ ਕੁੜੀ ਵੱਲੋਂ ਆਪਣੇ ਪਾਰਟਨਰ ਤੇ ਇਲਜ਼ਾਮ ਲਾਏ ਜਾਂਦੇ ਵੀ ਬਾਹਰ ਜਾਣ ਦੇ ਚੱਕਰ ਦੇ ਵਿੱਚ ਝਾਂਸਾ ਦੇ ਕੇ ਧੋਖਾਧੜੀ ਕੀਤੀ ਜਾਂਦੀ ਹੈ। ਇਸੇ ਤਰੀਕੇ ਦਾ ਜਿਹੜਾ ਕੇਸ ਹੈਗਾ ਉਹ ਦੁਬਾਰਾ ਸੁਰਖੀਆਂ ਦੇ ਵਿੱਚ ਆ ਰਿਹਾ ਹੈਗਾ, ਜਿੱਥੇ ਕਿ ਮੁੰਡੇ ਦੇ ਪਰਿਵਾਰ ਵੱਲੋਂ ਕੁੜੀ ਤੇ ਇਹ ਆਰੋਪ ਲਾਏ ਜਾ ਰਹੇ ਨੇ ਵੀ ਉਹਨੇ ਪਹਿਲਾਂ ਤਾਂ US ਸਿਟੀਜ਼ਨ ਸੀ ਜਿਹੜਾ ਮੁੰਡਾ, ਸੋ ਅਮਰੀਕਾ ਆਉਣ ਲਈ, ਪੱਕੀ ਹੋਣ ਲਈ ਉਸ ਨਾਲ ਵਿਆਹ ਕਰਾਇਆ ਤੇ ਬਾਹਰ ਆ ਕੇ ਉਹਨੂੰ ਛੱਡ ਦਿੱਤਾ, ਤੇ ਉਸ ਤੋਂ ਬਾਅਦ ਆਪਣੇ ਪੁਰਾਣੇ ਜਿਹੜਾ ਦੋਸਤ ਸੀ, ਬॉयਫ੍ਰੈਂਡ ਸੀ, ਉਹਦੇ ਨਾਲ ਫਿਰ ਦੂਜਾ ਵਿਆਹ ਕਰਵਾਇਆ। ਤੇ ਇਹ ਮਾਮਲਾ ਪੂਰਾ ਕੀ ਹੈ ਤੇ ਹੁਣ ਜਿਹੜਾ ਮੁੰਡੇ ਦਾ ਪਰਿਵਾਰ ਹੈ ਉਹ ਕੀ ਚਾਹੁੰਦਾ ਹੈ, ਕੀ ਕਾਰਵਾਈ ਉਹਨਾਂ ਨੇ ਕਰਵਾਈ ਹੈ, ਸੋ ਇਹਦੇ ਬਾਰੇ ਗੱਲਬਾਤ ਆ ਜਿਹੜੀ ਉਹ ਕਰਾਂਗੇ। ਸਾਡੇ ਨਾਲ ਜਿਹੜਾ ਮੁੰਡਾ ਸਤਿੰਦਰ ਸਿੰਘ ਜੀ ਦਾ ਨਾਮ ਹੈ, ਉਹਨਾਂ ਦੇ ਫਾਦਰ ਨੇ ਜਿਹੜੇ ਰਜਿੰਦਰ ਸਿੰਘ, ਉਹ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਰਜਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ ਬਾਬੂਸ਼ਾਹੀ ਤੇ। ਓਕੇ ਜੀ, ਥੈਂਕ ਯੂ ਫॉर ਹੈਵਿੰਗ ਮੀ ਔਨ ਦ ਜੀ। ਰਜਿੰਦਰ ਜੀ, ਮੈਂ ਪਹਿਲਾਂ ਤਾਂ ਚਾਹੂੰਗਾ ਵੀ ਤੁਸੀਂ ਤੁਹਾਡੇ ਬਾਰੇ ਜਿੰਨਾ ਕੁ ਮੈਨੂੰ ਪਤਾ ਵੀ ਤੁਹਾਨੂੰ 30 ਸਾਲ ਹੋ ਗਏ, ਤੁਸੀਂ ਅਮਰੀਕਾ ਦੇ ਸਿਟੀਜ਼ਨ ਹੋ, ਤੇ ਇਹ ਜਿਹੜਾ ਵਾਕਾ ਹੁਣ ਹੋਇਆ ਤੁਹਾਡੇ ਬੇਟੇ ਦੇ ਨਾਲ ਹੋਇਆ ਜਿਹੜਾ ਵਿਆਹ ਵਾਲਾ, ਉਹ ਤੁਸੀਂ ਪਲੀਜ਼ ਦੱਸੋ, ਬਰੀਫ ਕਰੋ ਵੀ ਐਕਚੁਅਲ ਦੇ ਵਿੱਚ ਕੀ ਗੱਲ ਹੋਈ ਸੀ। ਜਿਹੜੀ ਇਹ ਕੁੜੀ ਹੈ ਉਹਨੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਚੀਟ ਕੀਤਾ ਜੀ? ਜਿਹੜਾ ਇਹ ਵਿਆਹ ਹੋਇਆ ਸੀ, ਜੀ ਮੇਰਾ ਦੋਸਤ ਹੈ ਹਰਭਜਨ ਸਿੰਘ, ਮੇਰੇ ਪਿੰਡ ਦਾ ਰਹਿਣ ਵਾਲਾ ਹੈ, ਪ੍ਰੋਫੈਸਰ ਹਰਭਜਨ ਸਿੰਘ। ਜੀ ਉਹਦਾ ਮੇਰਾ ਦੋਸਤ ਪ੍ਰੋਫੈਸਰ ਬਣ ਗਿਆ, ਤੇ ਇਹਦਾ ਨਾਨਾ ਕੁੜੀ ਦਾ ਤੇ ਮੇਰਾ ਦੋਸਤ ਇਕੱਠੇ ਪੜ੍ਹਾਉਂਦੇ ਸੀ ਪਹਿਲਾਂ ਸਕੂਲ 'ਚ, ਤੇ ਮੇਰੇ ਦੋਸਤ ਨੇ ਸਟੱਡੀ ਕੀਤੀ, ਉਹ ਪ੍ਰੋਫੈਸਰ ਬਣ ਗਿਆ। ਤੇ ਅਜੇ ਉਹ ਮਿਲਦੇ ਜੁਲਦੇ ਸੀ, ਰਣਜੀਤ ਨਗਰ ਅੰਬਾਲਾ 'ਚ ਰਹਿੰਦੇ ਸੀ ਦੋਵੇਂ, ਅੰਬਾਲਾ ਸ਼ਹਿਰ 'ਚ। ਤੇ ਮੇਰੇ ਦੋਸਤ ਨੇ ਕਿਹਾ ਵੀ ਅਸੀਂ ਆਪਣੇ ਬੱਚੇ ਵਾਸਤੇ ਕੁੜੀ ਲੱਭ ਰਹੇ ਹਾਂ। ਠੀਕ ਹੈ ਜੀ। ਉਸ ਕੁੜੀ ਦੇ ਨਾਨੇ ਨੇ ਕਿਹਾ ਵੀ ਮੇਰੀ ਦੋਤੀ ਹੈ, ਉਹਨੂੰ ਦੇਖ ਲਓ ਤੁਸੀਂ। ਇਸ ਕੁੜੀ ਨੂੰ ਅਸੀਂ ਦੇਖਿਆ ਤੇ ਕੁੜੀ ਨੂੰ ਮੈਂ ਪੁੱਛਿਆ ਕਿ ਤੇਰੀ ਜ਼ਿੰਦਗੀ 'ਚ ਕੋਈ ਹੋਰ ਤਾਂ ਹੈ ਨਹੀਂ? ਜੇ ਹੈ ਤਾਂ ਆਪਾਂ ਇਸ ਢੰਗ ਨਾਲ ਗੱਲ ਕਰਾਂਗੇ, ਤੇਰੀ ਇੱਜ਼ਤ ਵੀ ਰਹਿ ਜਾਏ, ਮੇਰੀ ਵੀ ਰਹਿ ਜਾਏ, ਤਾਂ ਕਿ ਅਸੀਂ ਕੋਈ ਹੋਰ ਬਹਾਨਾ ਬਣਾ ਦਿਆਂਗੇ। ਕੁੜੀ ਨੇ ਮੈਨੂੰ ਕਿਹਾ ਕਿ ਨਹੀਂ, ਮੇਰੀ ਜ਼ਿੰਦਗੀ 'ਚ ਕੋਈ ਨਹੀਂ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਫਿਰ ਅੱਜ ਤੋਂ ਬਾਅਦ ਤੂੰ ਮੈਨੂੰ ਅੰਕਲ ਨਹੀਂ ਪਾਪਾ ਕਹਿਣਾ ਹੈ। ਉਸ ਤੋਂ ਬਾਅਦ ਫਿਰ 28 ਅਕਤੂਬਰ 2019 ਨੂੰ ਵਿਆਹ ਹੋਇਆ। ਵਿਆਹ ਤੋਂ ਬਾਅਦ ਅਸੀਂ ਕੁੜੀ ਮਲੇਸ਼ੀਆ ਭੇਜੀ। ਅੱਛਾ ਜੀ। ਮਲੇਸ਼ੀਆ 'ਚੋਂ ਇਹਨੇ ਕੋਈ 10 ਲੱਖ ਰੁਪਏ ਦੇ ਗਿਫਟ ਲਏ ਉਹਨਾਂ ਕੋਲੋਂ, ਤੇ ਸਾਡੇ ਨਾਂ ਦੇ ਉੱਤੇ ਸਾਨੂੰ ਕੁਝ ਨਹੀਂ ਦਿੱਤਾ ਇਹਨੇ। ਸਾਰਾ ਕੁਝ ਆਪਣੇ ਭਰਾਵਾਂ ਨੂੰ, ਨਾਨੇ ਨੂੰ, ਨਾਨੀ ਨੂੰ, ਦਾਦੇ ਦਾਦੀ, ਮਾਂ ਬਾਪ ਸਭ ਨੂੰ ਵੰਡਤਾ। ਸਾਨੂੰ ਕੁਝ ਨਹੀਂ ਦਿੱਤਾ ਇਹਨਾਂ ਨੇ, ਨਾ ਸਾਨੂੰ ਕੋਈ ਜ਼ਰੂਰਤ ਸੀ। ਤੇ ਇਹ ਸਾਰਾ ਖਰਚਾ ਮੈਂ ਕੀਤਾ। ਸਾਡਾ ਵਿਆਹ ਦੇ ਵਿੱਚ ਲਗਭਗ 1 ਕਰੋੜ ਰੁਪਇਆ ਖਰਚ ਹੋਇਆ ਟੋਟਲ। ਠੀਕ ਹੈ। ਤੇ ਉਸ ਤੋਂ ਬਾਅਦ ਇਹਨੂੰ 10 ਲੱਖ ਰੁਪਇਆ ਇੱਥੋਂ ਭੇਜਿਆ ਸੀ, ਤੇ 10 ਲੱਖ ਰੁਪਏ ਦੇ ਕੱਪੜੇ ਵਿਆਹ ਤੋਂ ਬਾਅਦ ਇਹਨੇ ਮੰਗਵਾਏ ਸਾਡੇ ਕੋਲੋਂ। ਉੱਥੇ ਸਾਡੀ ਟੇਲਰ ਹੈ, ਉਹਦਾ ਨਾਮ ਰਚਨਾ ਹੈ, ਉਹ ਸੈਕਟਰ 7 ਦੇ ਵਿੱਚ। ਤੇ ਉਸ ਤੋਂ ਬਾਅਦ ਹੁਣ ਕਰੋਨਾ ਕਰਕੇ ਮੇਰਾ ਬੇਟਾ ਨਹੀਂ ਜਾ ਸਕਦਾ ਸੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਇੰਡੀਆ ਜਿਹੜਾ ਜਾਂਦਾ ਵੈਸੇ ਹੀ ਬਿਮਾਰ ਹੋ ਜਾਂਦਾ ਸੀ। ਅਸੀਂ ਉਹਨੂੰ ਰੋਕਿਆ, ਨਹੀਂ ਬੇਟੇ, ਸਭ ਨਾਲੋਂ ਤੇਰੀ ਜਾਨ ਸਾਨੂੰ ਸਭ ਨਾਲੋਂ ਜ਼ਿਆਦਾ ਪਿਆਰੀ ਹੈ, ਤੂੰ ਜਦੋਂ ਤੱਕ ਕਰੋਨਾ ਨਹੀਂ ਸਬਸਾਈਡ ਹੋ ਜਾਂਦਾ ਉਸ ਟਾਈਮ ਤੱਕ ਨਹੀਂ। ਤੇ ਇਸ ਕੁੜੀ ਨੂੰ ਅਸੀਂ ਸਮਝਾਇਆ, ਪਰ ਇਹਨੇ ਇੱਥੇ ਆਉਣ ਤੋਂ ਕੁਝ ਟਾਈਮ ਪਹਿਲਾਂ ਕਿਸੇ ਹੋਰ ਮੁੰਡੇ ਨਾਲ ਵਿਆਹ ਕਰ ਲਿਆ। ਅੱਛਾ ਜੀ। ਸਾਡੇ ਬੇਟੇ ਨੂੰ ਤਲਾਕ ਦਿੱਤੇ ਬਿਨਾਂ।
ਅੱਛਾ, ਤੇ ਪਹਿਲਾਂ ਆਪਣੇ ਤੁਸੀਂ ਇਹ ਵੀ ਦੱਸ ਦਿਓ ਵੀ ਜਿਹੜੀ ਕੁੜੀ ਹੈ ਉਹ ਕੀ ਨਾਮ ਹੈ ਜੀ ਤੇ ਕਿੱਥੋਂ ਬਿਲੋਂਗ ਕਰਦੀ ਸੀਗੀ ਜੀ? ਹਾਂਜੀ, ਉਹਦਾ ਨਾਮ ਹੈ ਪੁਨਰਵਾਸੂ ਸ਼ਰਮਾ ਠੀਕ ਹੈ ਤੇ ਜੀ। ਇਹਦਾ ਬਾਪ ਰਾਜੇਸ਼ ਕੁਮਾਰ। ਇਹਦਾ ਡਰਾਈਵਿੰਗ ਸਕੂਲ ਹੈ ਫਰੀਦਕੋਟ ਦੇ ਵਿੱਚ। ਠੀਕ ਹੈ ਜੀ, ਫਰੀਦਕੋਟ ਤੁਸੀਂ ਤੇ ਤੇ ਜੀ ਇਹਦੇ ਦੋ ਭਰਾ ਤੇ ਇਹਦੇ ਦਾਦਾ ਦਾਦੀ ਹੈਗੇ। ਤੇ ਉਸ ਤੋਂ ਬਾਅਦ ਇਹ ਇੱਥੇ ਅਸੀਂ ਬੁਲਾਈ ਮਾਰਚ ਤੁਸੀਂ ਫਰਵਰੀ 12 ਨੂੰ ਸਾਡੇ ਕੋਲੇ ਆਈ। ਜੀ ਤੁਸੀਂ ਮਾਰਚ 12 ਨੂੰ ਸਾਡੇ ਕੋਲੇ ਆਈ ਇਹ ਵੀ ਦੱਸ ਦਿਓ ਵੀ ਤੇ ਅਪ੍ਰੈਲ ਇੱਥੇ ਤੁਸੀਂ 15 ਨੂੰ ਇਹ ਸਾਡੇ ਕਿੱਥੇ, ਕੋਲੋਂ ਚਲੀ ਗਈ। ਇੱਥੇ ਤੁਸੀਂ ਕਿੱਥੇ ਰਹਿ ਰਹੇ ਹੋ ਜੀ? ਤੁਸੀਂ ਕੈਲੀਫੋਰਨੀਆ ਰਹਿ ਰਹੇ ਹੋ ਮੈਂ ਇੱਥੇ? ਜੀ ਬੇਕਰਸਫੀਲਡ ਕੈਲੀਫੋਰਨੀਆ। ਸਾਡਾ ਐਡਰੈਸ ਹੈ 9404 ਲਿਬਰਟੀ ਆਈਲੈਂਡ ਡਰਾਈਵ, ਬੇਕਰਸਫੀਲਡ, ਕੈਲੀਫੋਰਨੀਆ 93311। ਜਿਹੜਾ ਤੇ ਮੇਰਾ ਤੁਹਾਡਾ ਟੈਲੀਫੋਨ ਨੰਬਰ ਹੈ ਜੀ 9169368301। ਮੇਰਾ ਈਮੇਲ ਹੈ rajinder singh9331@gmail.com। ਹਾਂਜੀ। ਅੱਛਾ, ਜਿਹੜਾ ਤੁਹਾਡਾ ਤੇ ਬੇਟਾ ਜੀ ਸਤਿੰਦਰ ਸਿੰਘ, ਉਹਨੂੰ ਕਿੰਨੇ ਸਾਲ ਹੋ ਗਏ ਜੀ ਇੱਥੇ ਅਮਰੀਕਾ ਆਏ ਨੂੰ? ਉਹ ਮੇਰਾ ਬੇਟਾ ਤਾਂ ਪੈਦਾ ਹੀ ਇੱਥੇ ਹੋਇਆ। ਮੇਰੇ ਅੱਛਾ, ਸਾਰੇ ਬੱਚੇ ਇੱਥੇ ਜੰਮੇ। ਠੀਕ ਹੈ ਇੱਥੇ ਹੀ ਜੰਮੇ, ਠੀਕ ਹੈ ਜੀ। ਮੇਰਾ ਬੇਟਾ ਪ੍ਰਿਜ਼ਨ ਦੇ ਵਿੱਚ ਸੁਪਰਵਾਈਜ਼ਰ ਦਾ ਕੰਮ ਕਰਦਾ ਹੈ। ਓਕੇ 15 ਬੰਦੇ ਉਹਦੇ ਥੱਲੇ ਕੰਮ ਕਰਦੇ। ਤੇ ਇਹ ਸਾਰੇ ਟੱਬਰ ਨੇ ਕਿਹਾ ਵੀ ਮੇਰਾ ਬੇਟਾ ਤਾਂ ਪਾਗਲ ਹੈ। ਮੈਨੂੰ ਨਹੀਂ ਪਤਾ ਕਿ ਪਾਗਲਾਂ ਨੂੰ ਗਵਰਨਮੈਂਟ ਦਾ ਜੌਬ, ਜਿਹੜਾ ਲਾ ਏਜੰਸੀ ਜੌਬ ਦੇਗੀ, ਮੈਨੂੰ ਪਤਾ ਨਹੀਂ। ਇਹਨਾਂ ਦਾ ਕੁਝ ਹੋਰ ਕਹਿਣਾ ਹੈ, ਜੋ ਮਰਜ਼ੀ ਕਹੀ ਜਾਣ। ਹੁਣ ਜਦੋਂ ਮੇਰਾ ਬੇਟਾ ਪੈਸੇ ਭੇਜਦਾ ਸੀ, ਉਹਦੀ ਮਾਂ ਦਾ ਬਰਥਡੇ ਹੈ ਤਾਂ ਮੇਰੇ ਬੇਟੇ ਨੇ ਪੈਸੇ ਭੇਜੇ। ਇਹਨੂੰ ਸ਼ਾਪਿੰਗ ਕਰਾਣੀ ਹੈ ਤਾਂ ਮੇਰੇ ਬੇਟੇ ਨੇ ਭੇਜੇ। ਇਹਨੂੰ ਆਈਫੋਨ ਚਾਹੀਦਾ, ਮੇਰੇ ਬੇਟੇ ਨੇ ਉੱਥੇ ਲੈ ਕੇ ਦਿੱਤਾ। ਤੇ ਦੂਜਾ ਆਈਫੋਨ ਅਸੀਂ ਇੱਥੇ ਲੈ ਕੇ ਦਿੱਤਾ $1200 ਦਾ। ਹਾਂਜੀ। ਤੇ ਬਾਕੀ ਜਿਹੜੇ 10 ਲੱਖ ਰੁਪਏ ਦੇ ਕਰੀਬ ਭੇਜੇ, ਜਿਹੜੇ ਨੇ 8-10 ਲੱਖ ਰੁਪਏ ਦੇ ਕੱਪੜੇ ਬਣਵਾਏ, ਉਹ ਗਿਣਤੀ 'ਚ ਆਉਂਦੇ ਹੀ ਨਹੀਂ ਕਿਧਰੇ। ਉਹਨਾਂ ਤਾਂ ਉਹ ਕਹਿੰਦੇ ਕਿ ਅਸੀਂ ਕੀਤਾ ਹੀ ਨਹੀਂ। ਮੇਰੀ ਟੇਲਰ ਦੱਸ ਸਕਦੀ ਹੈ, ਅਦਾਲਤ ਦੇ ਵਿੱਚ ਜਾ ਕੇ ਜ਼ਰੂਰਤ ਪਏ। ਉਹਦਾ ਨਾਮ ਰਚਨਾ ਹੈ, ਸੈਕਟਰ 7 ਦੇ ਵਿੱਚ ਰਹਿੰਦੀ ਹੈ, ਅੰਬਾਲਾ ਸਿਟੀ 'ਚ। ਅੱਛਾ ਜੀ। ਅੱਛਾ, ਇਹ ਵੀ ਦੱਸੋ ਜੀ, ਤੁਸੀਂ ਜਿਵੇਂ ਦੱਸਿਆ ਵੀ 28 ਅਕਤੂਬਰ 2019 ਨੂੰ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਕੋਵਿਡ ਕਰਕੇ ਤੁਹਾਡਾ ਬੇਟਾ ਇੰਡੀਆ ਨਹੀਂ ਜਾ ਸਕਦਾ ਸੀ। ਫਿਰ ਇਹ ਜਿਹੜੀ ਕੁੜੀ ਸੀ ਤੁਹਾਡੀ ਨੂੰਹ ਸੀਗੀ ਪੁਨਰਵਾਸੂ ਸ਼ਰਮਾ, ਉਹ ਅਮਰੀਕਾ ਫਿਰ ਕਦੋਂ ਆਈ? ਤੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਵੀ ਦੂਜਾ ਵਿਆਹ ਦਾ ਤੁਹਾਨੂੰ ਪਤਾ ਲੱਗਿਆ, ਉਹ ਤੁਹਾਨੂੰ ਕਦੋਂ ਪਤਾ ਲੱਗਿਆ ਜੀ? ਉਹਦੀ ਮਾਰਚ, ਅਸੀਂ ਪੇਪਰ ਫਾਈਲ ਕੀਤੇ ਸੀ। ਕੋਵਿਡ ਕਰਕੇ ਕੋਈ ਏਜੰਸੀ ਕੰਮ ਨਹੀਂ ਕਰ ਰਹੀ ਸੀ, ਸਾਰੀਆਂ ਬੰਦ ਸੀ। ਇਸ ਕਰਕੇ ਪੇਪਰ ਲੇਟ ਹੋ ਗਏ। ਤੇ ਜਦੋਂ ਪੇਪਰ ਲੇਟ ਹੋ ਗਏ ਤਾਂ ਫਿਰ ਹੌਲੀ ਹੌਲੀ ਇਹਦੇ ਪੇਪਰ ਬਣੇ। ਤੇ ਇਹ ਆਈ ਇੱਥੇ ਸਾਡੇ ਕੋਲ ਮਾਰਚ 12 ਨੂੰ ਇਹ ਆਈ ਤੇ ਅਪ੍ਰੈਲ 15 ਨੂੰ ਇਹ ਸਾਨੂੰ ਛੱਡ ਕੇ ਚਲੀ ਗਈ। ਠੀਕ ਹੈ ਜੀ। ਤੇ ਫਿਰ ਤੁਹਾਨੂੰ ਜਦੋਂ ਪਤਾ ਕਿ ਤੁਹਾਨੂੰ ਕਿਸ ਤਰੀਕੇ ਦੇ ਨਾਲ ਤੁਹਾਨੂੰ ਜਾਣਕਾਰੀ ਮਿਲੀ ਵੀ ਇਹਨੇ ਜਿਹੜਾ ਹੈਗਾ ਦੂਜੇ ਮੁੰਡੇ ਦੇ ਨਾਲ ਵਿਆਹ ਕਰਾਇਆ, ਤੁਹਾਨੂੰ ਇਨਫੋਰਮੇਸ਼ਨ ਕਦੋਂ ਮਿਲੀ ਤੇ ਕਿੱਥੇ ਵਿਆਹ ਕਰਵਾਇਆ ਸੀਗਾ ਜੀ? ਉਹ ਮੁੰਡੇ ਬਾਰੇ ਵੀ ਦੱਸੋ, ਕੌਣ ਹੈ? ਪਹਿਲਾਂ ਤਾਂ ਇਹ ਉਸ ਮੁੰਡੇ ਨਾਲ ਗੱਲਬਾਤ ਕਰਦੀ ਰਹੀ ਕਿ ਮੈਂ ਤੈਨੂੰ ਹੁਣੇ ਹੀ ਲੈ ਕੇ ਆਵਾਂਗੀ ਅਮਰੀਕਾ। ਫਿਰ ਇਹਨੇ ਉਸ ਮੁੰਡੇ ਦਾ ਟੈਲੀਫੋਨ ਬੰਦ ਕਰਤਾ। ਤੇ ਇਹਦੀ ਸਹੇਲੀ ਨੂੰ ਉਸ ਮੁੰਡੇ ਨੇ ਟੈਲੀਫੋਨ ਕੀਤਾ ਤਾਂ ਉਹ ਸਹੇਲੀ ਕਹਿੰਦੀ ਹੈ ਕਿ ਉਹ ਤਾਂ ਆਪਣੇ ਸਹੁਰੇ ਘਰ ਚਲੀ ਗਈ। ਉਸ ਮੁੰਡੇ ਨੇ ਫਿਰ ਸਾਨੂੰ ਪੂਰੇ ਸਬੂਤ ਦਿੱਤੇ ਵਿਆਹ ਦੇ। ਤੇ ਉਹਦੀ ਸਾਡੇ ਕੋਲ 40 ਮਿੰਟ ਦੀ ਰਿਕਾਰਡਿੰਗ ਹੈ। ਉਹਦੀ ਮਾਂ ਵੀ ਬੋਲ ਰਹੀ ਹੈ, ਉਹਦੀ ਭੈਣ ਵੀ ਬੋਲ ਰਹੀ ਹੈ, ਮੁੰਡਾ ਬੋਲ ਰਿਹਾ ਹੈ। ਤੇ ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਪਤਾ ਲੱਗਿਆ ਵਿਆਹ ਦਾ, ਅਸੀਂ ਚੁੱਪ ਰਹਿ ਗਏ। ਅਸੀਂ ਨਹੀਂ ਕੁਝ ਕੀਤਾ। ਅਸੀਂ ਸੋਚਿਆ ਉਹਨੂੰ ਦੇਖਦੇ ਹਾਂ ਕੀ ਕਰਦੇ। ਜਦੋਂ ਫਿਰ ਇਹ ਬਹੁਤੇ ਟੱਪਣ ਲੱਗੇ ਤਾਂ ਮੈਂ ਸਾਰੀ ਰਿਕਾਰਡਿੰਗ, ਸਾਰਾ ਕੁਝ ਇਹਨਾਂ ਨੂੰ ਭੇਜ ਸਕਦੇ, ਇਹਦੇ ਬਾਪ ਨੂੰ। ਮੈਂ ਕਿਹਾ ਇਹ ਦੱਸ ਕੀ ਹੈ। ਤਾਂ ਫਿਰ ਉਹ ਉਸੇ ਟਾਈਮ ਰਾਤ ਨੂੰ ਉਸ ਮੁੰਡੇ ਦੇ ਘਰ 2 ਵਜੇ ਗੱਡੀ ਲੈ ਕੇ ਗਏ ਤੇ ਉਹਨੂੰ ਦੱਸਿਆ ਵੀ ਤੁਹਾਡੇ ਮੁੰਡੇ ਨਾਲ ਸਾਡਾ ਵਿਆਹ ਹੋਇਆ ਹੈ। ਇਹ ਤਾਂ ਅਸੀਂ ਪੈਸੇ ਤੇ ਸਿਰਫ ਅਮਰੀਕਾ ਜਾਣ ਵਾਸਤੇ ਵਿਆਹ ਕੀਤਾ ਸੀ ਤੇ ਤੁਹਾਡੇ ਮੁੰਡੇ ਨੂੰ ਲੈ ਕੇ ਜਾਏਗੀ ਉਹ। ਤੇ ਉਹ ਹੁਣ ਦੋਵੇਂ ਇਕੱਠੇ ਹੋ ਗਏ। ਪਤਾ ਨਹੀਂ ਕੀ ਹੋਇਆ ਕੀ ਨਹੀਂ। ਪਹਿਲਾਂ ਤਾਂ ਉਹ ਕਹਿੰਦੇ ਸੀ ਤੁਹਾਡਾ ਸਾਥ ਦੇਵਾਂਗੇ। ਪਹਿਲਾਂ ਤਾਂ ਉਹ ਕਹਿੰਦੇ ਸੀ ਵੀ
ਸਾਡੇ ਨਾਲ ਧੋਖਾ ਹੋਇਆ, ਧੋਖਾ ਉਹਨਾਂ ਨਾਲ ਵੀ ਹੋਇਆ, ਮੇਰੇ ਨਾਲ ਵੀ ਹੋਇਆ, ਪਰ ਅੱਛਾ ਉਹਨਾਂ ਨੂੰ ਇਹ ਅੱਛਾ ਪਤਾ ਸੀ। ਤੁਸੀਂ ਕਹਿ ਰਹੇ ਹੋ ਵੀ ਉਹਨੂੰ ਵੀ ਬਾਅਦ 'ਚ ਛੱਡਤਾ ਸੀ, ਜਿਹੜਾ ਦੂਜੇ ਮੁੰਡੇ ਦੇ ਨਾਲ ਕਰਵਾਇਆ ਸੀ ਵਿਆਹ, ਉਹਨੂੰ ਵੀ ਛੱਡਤਾ ਬਾਅਦ 'ਚ? ਨਾ ਜੀ, ਮੈਨੂੰ ਨਹੀਂ ਪਤਾ ਛੱਡਿਆ ਕਿ ਨਹੀਂ ਛੱਡਣਾ ਕੀ ਹੈ, ਉਹਨਾਂ ਦਾ ਹੂੰ। ਕਿਹੜਾ ਵਿਆਹ ਰਜਿਸਟਰ ਹੋਇਆ ਸੀ? ਹੂੰ ਹੂੰ ਗੁਰੂ ਘਰ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਹੈ, ਹੂੰ ਤੇ ਰਿਕਾਰਡ ਇਹਨਾਂ ਨੇ ਕੀਤਾ ਨਹੀਂ ਉਹਦੇ ਵਿੱਚ। ਉਤੇ ਰਿਕਾਰਡ ਤਾਂ ਕਰ ਨਹੀਂ ਸਕਦੇ ਸੀ ਨਾ ਤਹਿਸੀਲ 'ਚ ਜਾ ਕੇ, ਲੀਗਲੀ ਕਿਉਂਕਿ ਜਿਹੜਾ ਤਲਾਕ ਵੀ ਨਹੀਂ ਲਿਆ ਸੀ ਤੁਹਾਡੇ ਬੇਟੇ ਦੇ ਨਾਲ? ਮੇਰੇ ਬੇਟੇ ਨਾਲ ਤਾਂ ਤਲਾਕ ਤੋਂ ਬਿਨਾਂ ਵਿਆਹ ਕੀਤਾ ਉਹਨੇ। ਜੀ ਜੀ ਜੀ। ਹਾਂਜੀ। ਅੱਛਾ, ਤੇ ਫਿਰ ਜਿਹੜਾ ਮੁੰਡਾ ਹੈ ਉਹਦੇ ਬਾਰੇ ਵੀ ਦੱਸੋ, ਜਿਹੜਾ ਦੂਜਾ ਮੁੰਡਾ ਸੀ ਉਹ ਕੌਣ ਹੈ ਜੀ, ਉਹ ਕਿੱਥੋਂ ਦਾ? ਦੂਜੇ ਮੁੰਡੇ ਦਾ ਨਾਮ ਹੈ ਸੌਰਵ ਕੁਮਾਰ, ਹੂੰ ਸਾਹਨੇਵਾਲ ਦਾ ਰਹਿਣ ਵਾਲਾ ਹੈ। ਉਹਦਾ ਲੱਕੀ ਟ੍ਰੇਡਰਸ, ਉਹਨਾਂ ਦੀ ਕੰਸਟਰਕਸ਼ਨ ਜਿੱਥੇ ਸਮਾਨ ਇਹ ਦਿੰਦੇ, ਇੱਟਾਂ ਵਗੈਰਾ ਵੇਚਦੇ, ਇਹੋ ਜੀ ਗੱਲ ਦਾ ਮੈਨੂੰ ਪਤਾ ਲੱਗਿਆ। ਲੱਕੀ ਟ੍ਰੇਡਰਸ ਹੈ, ਉਹਨਾਂ ਦੇ ਪਿੱਛੇ ਉਹਨਾਂ ਦਾ ਘਰ ਵੀ ਹੈ, ਸਾਰਾ ਕੁਝ ਹੈ ਜੀ। ਤੇ ਉਸ ਤੋਂ ਬਾਅਦ ਫਿਰ ਤੁਹਾਡੀ ਦੁਬਾਰਾ, ਜਿਵੇਂ ਹੁਣ ਤੁਸੀਂ ਦੱਸ ਰਹੇ ਸੀ, ਕੀ ਗੱਲਬਾਤ ਹੁੰਦੀ ਰਹੀ ਉਸ ਤੋਂ ਬਾਅਦ? ਤੁਸੀਂ ਦੁਬਾਰਾ ਕੋਸ਼ਿਸ਼ ਕੀਤੀ ਵੀ ਸ਼ਾਇਦ ਦੁਬਾਰਾ ਮੁੜ ਕੇ ਵਾਪਸ ਆ ਜਾਏ ਤੁਹਾਡੇ ਬੇਟੇ ਕੋਲ? ਅਸੀਂ ਉਹਨੂੰ ਕਿਹਾ ਸੀ, ਅਸੀਂ ਆਫਰ ਦਿੱਤਾ ਸੀ, ਪਰ ਸਾਨੂੰ ਉਸ ਟਾਈਮ ਪਤਾ ਨਹੀਂ ਸੀ ਕਿ ਇਹਦਾ ਵਿਆਹ ਹੋਇਆ ਹੈ। ਹੂੰ ਅਸੀਂ ਕਿਹਾ ਸੀ ਕਿ ਤੂੰ ਸਾਡੇ ਘਰ ਆਣਾ ਚਾਹੇ ਆ ਸਕਦੀ ਹੈ, ਪਰ ਹੁਣ ਤੁਸੀਂ ਇਸ ਕੁੜੀ ਤੇ ਕੀ ਇਤਬਾਰ ਕਰੋਗੇ ਕਿ ਹੁਣ ਇਹ ਪਤਾ ਨਹੀਂ ਕਿਹਦੇ ਕੋਲ ਰਹਿ ਰਹੀ ਹੈ, ਤੀਜੇ ਬੰਦੇ ਕੋਲ ਰਹਿ ਰਹੀ ਹੈ, 2 ਬੰਦਿਆਂ ਨੂੰ ਛੱਡ ਚੁੱਕੀ ਹੈ, ਤੇ ਪਤਾ ਨਹੀਂ ਹੁਣ ਇਹਦੀਆਂ ਗੱਲਾਂ ਪਰਤਾਂ ਖੁੱਲ ਰਹੀਆਂ ਤਾਂ ਸਾਡੇ ਕੋਲ ਬਹੁਤ ਕੁਝ ਆ ਰਿਹਾ ਹੈ, ਹੂੰ ਪਰ ਬਿਨਾਂ ਸਬੂਤ ਤੋਂ ਮੈਂ ਕੁਝ ਨਹੀਂ ਕਹਿ ਸਕਦਾ। ਹੂੰ। ਤੇ ਹੁਣ ਤੁਸੀਂ ਜਿਹੜੀ ਇੱਥੇ ਮੈਨੂੰ ਪਤਾ ਲੱਗਿਆ ਸੀ ਤੁਸੀਂ ਮੋਹਾਲੀ NRI ਵਿੰਗ ਦੇ ਵਿੱਚ ਕੰਪਲੇਂਟ ਦਿੱਤੀ ਹੈ ਜੀ, ਉਹ ਕਿਹਦੇ ਵੱਲੋਂ ਕੰਪਲੇਂਟ ਦਿੱਤੀ ਗਈ ਹੈ ਤੇ ਕਿਹਦੇ ਖਿਲਾਫ ਦਿੱਤੀ ਹੈ ਜੀ? ਉਹ ਮੈਂ ਰਾਜਿੰਦਰ ਸਿੰਘ ਮੁੰਡੇ ਦੇ ਬਾਪ ਨੇ ਕੰਪਲੇਂਟ ਕੀਤੀ ਹੈ, ਹੂੰ ਤੇ ਮੈਂ ਆਪਣੇ ਬੇਟੇ ਦੇ ਨਾਲ ਕੰਪਲੇਂਟ ਕੀਤੀ ਹੈ, ਹੂੰ ਤੇ ਇਹਨਾਂ ਦੇ ਫਰੀਦਕੋਟ ਵਾਲੇ ਰਾਜੇਸ਼ ਸ਼ਰਮਾ, ਉਹਦੀ ਘਰਵਾਲੀ, ਉਹਦੇ 2 ਮੁੰਡੇ, ਉਹਦੇ ਮਾਂ-ਬਾਪ, ਉਹਦਾ ਨਾਨਾ ਨਾਨੀ, ਇਹਨਾਂ ਬਾਰੇ ਕੰਪਲੇਂਟ ਕੀਤੀ ਹੈ। ਹੂੰ ਤੇ ਦੂਜੇ ਪਾਸੇ ਮੈਂ ਸਾਹਨੇਵਾਲ ਵਾਲੇ ਨਾਲ ਮੁੰਡੇ ਨਾਲ ਗੌਰਵ ਕੁਮਾਰ ਨਾਲ, ਉਹਦੇ ਬਾਪ ਤੇ, ਉਹਦੀ ਮਾਂ ਤੇ, ਉਹਦੀ ਭੈਣ, ਉਹਦਾ ਭਣੋਈਆ, ਹੂੰ ਇਹਨਾਂ ਦੇ ਉੱਤੇ ਕੀਤੀ ਹੈ। ਅੱਛਾ, ਬਾਅਦ 'ਚ ਤੁਹਾਡੀ ਸੌਰਵ ਕੁਮਾਰ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਦੇ ਨਾਲ, ਉਹਨਾਂ ਦੀ ਫੈਮਿਲੀ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਵੀ ਕਿਉਂ ਵਿਆਹ ਕਰਾਇਆ ਉਹਨਾਂ ਦੇ ਨਾਲ? ਵੀ ਪਹਿਲਾਂ ਤੋਂ ਇੱਕ ਦੂਜੇ ਨੂੰ ਚਾਹੁੰਦੇ ਸੀ, ਜਾਂ ਕਾਰਨ ਕੀ ਸੀਗਾ, ਕੀ ਲੱਗਿਆ? ਉਹ ਕਹਿੰਦੀ ਹੈ ਕਿ ਅਸੀਂ ਪੈਸੇ ਦਿੱਤੇ ਸੀ ਵਿਆਹ ਕਰਾਉਣ ਵਾਸਤੇ ਮੁੰਡੇ ਨਾਲ। ਹੂੰ ਮੈਨੂੰ ਨਹੀਂ ਪਤਾ ਇਹਨਾਂ ਨੰਗਾ ਦੇ ਕੋਲ ਇੰਨੇ ਪੈਸੇ ਕਿੱਥੇ ਆ ਗਏ ਕਿ ਮੇਰੇ ਮੁੰਡੇ ਦੀ ਕੀਮਤ ਦੇਖ ਕੇ ਹੂੰ ਉਹਨਾਂ ਨਾਲ ਫਿਰ ਇਹ ਤਾਂ 3 ਸਾਲ ਤੋਂ ਇਹ ਉਸ ਮੁੰਡੇ ਨਾਲ ਰਹਿ ਰਹੀ ਸੀ, ਤੇ ਹੂੰ ਸਾਨੂੰ ਕੁਝ ਪਤਾ ਨਹੀਂ ਸੀ। ਤੇ ਹਨੀਮੂਨ ਵਾਸਤੇ ਇਹ ਉੱਥੇ ਗਈ ਆ, ਉਹਦੇ ਮੁੰਡੇ ਨੂੰ ਨਾਲ ਲੈ ਕੇ ਸ਼ਿਮਲਾ, ਇਹਦਾ ਭਰਾ ਉਹਦੇ ਨਾਲ ਸੀ। ਫਿਰ ਹੂੰ ਦਿੱਲੀ ਗਈ ਆ ਘੁੰਮਣ ਵਾਸਤੇ, ਉਹਦਾ ਮੁੰਡਾ ਉਹਦੇ ਨਾਲ, ਉਹਦਾ ਵੱਡਾ ਛੋਟਾ ਭਰਾ ਉਹਦੇ ਨਾਲ ਸੀ, ਹੂੰ ਉਹਦਾ ਨਾਮ ਨੰਦੂ ਹੈ। ਹੂੰ। ਤੇ ਇਹ ਕਿੰਨਾ ਸਮਾਂ ਜਿਹੜੀ ਲੜਕੀ ਹੈ ਪੁਨਰਵਾਸੂ, ਇਹਨੇ ਅਮਰੀਕਾ ਚ ਲਾਇਆ ਸੀ? ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਫਿਰ ਇੰਡੀਆ ਚਲੀ ਗਈ? ਫਿਰ ਉਸ ਤੋਂ ਬਾਅਦ ਦੁਬਾਰਾ ਵੀ ਅਮਰੀਕਾ ਆਈ ਜੀ? ਨਹੀਂ ਜੀ, ਇਹ ਇੰਡੀਆ 'ਚ ਨਹੀਂ ਗਈ, ਹੂੰ। ਇਹ ਇੱਥੇ ਹੀ ਹੈ। ਨਹੀਂ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਵੀ ਜਿਹੜਾ ਮੁੰਡੇ ਦੇ ਨਾਲ ਦਿੱਲੀ ਘੁੰਮਣ ਗਈ, ਇਹ ਮਤਲਬ ਇੱਥੇ ਆਉਣ ਤੋਂ ਪਹਿਲਾਂ ਦੀ ਇਹ ਗੱਲ ਤੁਸੀਂ ਦੱਸ ਰਹੇ ਹੋ? ਹਾਂ, ਦੋਸਤ ਨਾਲ ਵਿਆਹ ਤੋਂ ਪਹਿਲਾਂ ਜਾਂ ਬਾਅਦ 'ਚ ਹੂੰ ਉੱਥੇ ਘੁੰਮਦੀ ਰਹੀ ਹੈ, ਠੀਕ ਹੈ ਠੀਕ ਹੈ ਜੀ। ਇੱਥੇ ਆਉਣ ਤੋਂ ਪਹਿਲਾਂ। ਤੇ ਵਿਆਹ ਜਿਹੜਾ ਸੀਗਾ ਉਹ 28 ਅਕਤੂਬਰ 2019 ਨੂੰ ਹੋਇਆ ਸੀਗਾ, ਤੇ ਉਦੋਂ ਤੋਂ ਲੈ ਕੇ ਕਿੰਨਾ ਟਾਈਮ ਤੱਕ ਜਿਹੜਾ ਸੀਗਾ ਤੁਹਾਡੇ ਬੇਟੇ ਦੀ ਤੇ ਇਸ ਲੜਕੀ ਦੀ ਜਿਹੜੀ ਗੱਲ ਹੈ ਹੁੰਦੀ ਰਹੀ? ਫੋਨ ਤੇ ਗੱਲ ਹੁੰਦੀ ਹੋਣੀ ਕਿਉਂਕਿ ਉਹ ਤਾਂ ਇੰਡੀਆ 'ਚ ਸੀਗੀ। ਕਿੰਨਾ ਸਮਾਂ ਗੱਲ ਹੈ ਜਿਹੜੀ ਵਧੀਆ ਹੁੰਦੀ ਰਹੀ, ਤੇ ਕਦੋਂ ਉਹਨੂੰ ਐਂ ਲੱਗਿਆ ਵੀ ਹੁਣ ਇਹ ਜਿਹੜੀ ਕੁੜੀ? ਮੇਰੇ ਬੇਟੇ ਨੂੰ ਇਹਨੇ ਬਹੁਤ ਟਾਰਚਰ ਕੀਤਾ ਹੈ, ਮੈਨੂੰ ਪੈਸੇ ਭੇਜ ਹੈ, ਮੈਂ ਅਮਰੀਕਨ ਮੁੰਡੇ ਨਾਲ ਵਿਆਹੀ ਹੋਈ ਹਾਂ, ਮੇਰੇ ਕੋਲ ਪੈਸਾ ਹੋਣਾ ਚਾਹੀਦਾ ਹੈ। ਮੇਰੇ ਮੁੰਡੇ ਨੇ ਇੱਕ ਗੱਲ ਦੇ ਉੱਤੇ ਪੈਸਾ ਭੇਜਿਆ। ਮੈਂ ਇਹਨੂੰ ਬੰਬਈ ਜਾਣ ਵਾਸਤੇ, ਉੱਥੇ ਕੌਂਸਲੇਟ ਜਨਰਲ ਕੋਲ ਵੀਜ਼ੇ ਵਾਸਤੇ $9,000 ਰੁਪਏ ਦਾ ਟਿਕਟ ਬਣਦਾ ਸੀ, ਮੈਂ ਇਹਨੂੰ ਲੱਖ ਰੁਪਏ ਤੋਂ ਉੱਤੇ ਭੇਜਿਆ। ਇਹਨੇ ਉਸ ਮੁੰਡੇ ਕੋਲੋਂ ਵੀ ਪੈਸੇ ਲਏ ਟਿਕਟ ਦੇ, ਇੱਥੇ ਆਉਣ ਦਾ ਟਿਕਟ ਮੈਂ ਭੇਜਿਆ, ਉਸ ਮੁੰਡੇ ਕੋਲੋਂ ਕੈਸ਼ ਲੈ ਕੇ ਟਿਕਟ ਮੈਂ ਆਪੇ ਲੈ ਲਿਆਂਗੀ। ਮੇਰੇ ਬੇਟੇ ਨੇ $1,000 ਭੇਜਿਆ ਸ਼ਾਪਿੰਗ ਵਾਸਤੇ, ਉਸ ਮੁੰਡੇ ਕੋਲੋਂ ਵੀ ਸ਼ਾਪਿੰਗ ਵਾਸਤੇ ਪੈਸੇ ਲਏ ਨੇ। ਅੱਛਾ, ਫਿਰ ਉਸ ਮੁੰਡੇ ਕੋਲੋਂ 2-3 ਲੱਖ ਰੁਪਇਆ ਕੈਸ਼ ਲੈ ਕੇ ਆਈ ਹੈ। ਹਾਂਜੀ,
ਠੀਕ ਹੈ ਜਦੋਂ ਸਾਡੇ ਕੋਲ ਪਹੁੰਚੀ ਤਾਂ ਇਹਦੇ ਨਾ ਗਲ 'ਚ ਮੰਗਲ ਸੂਤਰ, ਨਾ ਕੰਨਾਂ 'ਚ ਬਾਲੀਆਂ, ਨਾ ਹੱਥਾਂ 'ਚ ਅੰਗੂਠੀ, ਨਾ ਹੱਥਾਂ 'ਚ ਕੰਗਣ, ਕੁਝ ਵੀ ਨਹੀਂ ਸੀ। ਹੂੰ ਇਸ ਤਰ੍ਹਾਂ ਆਈ ਹੈ ਜਿਸ ਤਰ੍ਹਾਂ ਕੁਆਰੀ ਹੁੰਦੀ ਆ। ਉਹ ਮੁੰਡਾ ਛੱਡਣ ਵਾਸਤੇ ਗਿਆ ਇਹਨੂੰ 에ਅਰਪੋਰਟ ਦੇ ਉੱਤੇ, ਹੂੰ 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 ਤੇ ਉਸ ਮੁੰਡੇ ਨੂੰ ਕਹਿੰਦੀ ਸੀ ਕਿ ਮੈਂ ਤਾਂ ਇਸ ਤਰ੍ਹਾਂ ਜਾਣਾ ਹੈ ਕਿਉਂਕਿ ਮੇਰਾ ਵਿਆਹ ਹੀ ਨਹੀਂ ਹੋਇਆ, ਅੱਛਾ ਕਿਉਂਕਿ ਮੇਰਾ ਵਿਆਹ ਹੈ ਜਿਹੜਾ ਉਹ ਨਕਲੀ ਹੈ। ਹੂੰ ਹੂੰ ਵਿਆਹ ਤਾਂ ਨਕਲੀ ਉਹਨਾਂ ਵਾਸਤੇ ਹੈ ਨਾ, ਮੇਰੇ ਵਾਸਤੇ ਤਾਂ ਮੈਂ ਤਾਂ ਕਰੋੜ ਰੁਪਇਆ ਖਰਚ ਕੀਤਾ ਹੈ। ਹੂੰ ਉਹ ਜੋ ਮਰਜ਼ੀ ਕਹੀ ਜਾਣ। ਤੇ ਤੇ ਜੀ ਮੈਂ ਇਹਦੇ ਬਾਪ ਨੂੰ ਕਿਹਾ ਸੀ, ਮੈਂ ਕਿਹਾ ਜੇ ਤੁਹਾਡੀ ਕੁੜੀ ਨੂੰ ਪ੍ਰੋਬਲਮ ਹੈ ਕੋਈ ਹੂੰ ਤਾਂ ਮੈਨੂੰ ਹੁਣੇ ਦੱਸ ਦੇ। ਇਹਦਾ ਬਾਪ ਲੱਗਿਆ ਕਹਿਣ ਜੀ ਮੇਰੀ ਕੁੜੀ ਉਹ ਤਾਂ ਬੱਚਿਆਂ ਨੂੰ ਟਾਈਮ ਦਿਓ ਇਕੱਠੇ ਰਹਿਣ ਦਾ, ਸਮਝ ਜਾਣਗੇ ਇੱਕ ਦੂਜੇ ਨੂੰ। ਮੈਨੂੰ ਕੀ ਪਤਾ ਸੀ ਮੇਰੇ ਨਾਲ ਡਰਾਮਾ ਕਰ ਰਹੇ। ਹੂੰ ਇਹਦੀ ਮਾਂ ਕਹਿੰਦੀ ਮੈਂ ਆਪਣੀ ਕੁੜੀ ਦੇ ਪਿੰਡ ਦਾਨ ਕਰਤੇ। ਬਾਪ ਕਹਿੰਦਾ ਇਹਨੂੰ ਗੋਲੀ ਮਾਰ ਦਿਓ ਜੀ, ਪਰ ਵਾਪਸ ਨਹੀਂ ਭੇਜਣਾ ਮੇਰੇ ਕੋਲ, ਮੈਂ ਇਹਦੀ ਸ਼ਕਲ ਨਹੀਂ ਦੇਖਣਾ ਚਾਹੁੰਦਾ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ 420 ਕਰ ਰਹੇ। ਮੇਰੀ ਸਾਰੀ ਜ਼ਿੰਦਗੀ ਮੈਂ ਤਾਂ ਨੇਵੀ 'ਚ ਕੰਮ ਕੀਤਾ, ਇੰਡੀਅਨ ਨੇਵੀ 'ਚ, ਮਸਕਟ ਦੀ ਆਰਮੀ 'ਚ, ਇੱਥੇ ਜੇਲ੍ਹ 'ਚੋਂ ਮੈਂ ਰਿਟਾਇਰ ਹੋਇਆ ਅਮਰੀਕਾ 'ਚੋਂ। ਹੂੰ ਹਾਂਜੀ, ਤੇ ਸਾਰੀ ਜ਼ਿੰਦਗੀ ਮੈਂ ਤਾਂ 16 ਘੰਟੇ ਕੰਮ ਕੀਤਾ ਹੈ, ਤੇ ਮੇਰੇ ਨਾਲ ਇਹ ਹੋਣਾ ਸੀ ਮੈਨੂੰ ਨਹੀਂ ਪਤਾ। ਇੱਕ ਮੈਨੂੰ ਕਾਰਨ ਰੱਬ ਕਿਹੜੀ ਚੀਜ਼ ਦੀ ਸਜ਼ਾ ਦੇ ਰਿਹਾ ਹੈ ਮੈਨੂੰ ਨਹੀਂ ਪਤਾ। ਕੀ ਤੁਹਾਨੂੰ ਇਸ ਮਨਸ਼ਾ ਕੁੜੀ ਨੇ ਮੇਰਾ ਭਰੋਸਾ, ਮੇਰਾ ਇਤਬਾਰ, ਮੇਰਾ ਪਿਆਰ, ਮੇਰੀ ਇੱਜ਼ਤ ਸਭ ਨੂੰ ਠੋਕਰ ਮਾਰ ਕੇ ਤੇ 1 ਲੱਖ ਰੁਪਇਆ ਮੇਰਾ, $1 ਲੱਖ ਮੇਰਾ ਬਰਬਾਦ ਕਰਕੇ ਗਈ ਹੈ। ਤੁਹਾਨੂੰ ਮਨਸ਼ਾ ਕੀ ਲੱਗਦੀ? ਜਿਵੇਂ ਤੁਸੀਂ ਕਹਿ ਰਹੇ ਹੋ, ਆਰੋਪ ਲਾ ਰਹੇ ਹੋ ਵੀ ਪੂਰੇ ਪਰਿਵਾਰ ਨੇ ਇੱਕ ਤਰ੍ਹਾਂ ਨਾਲ ਚੀਟਿੰਗ ਕੀਤੀ ਹੈ, ਸਾਰਿਆਂ ਦੀ ਪਲੈਨਿੰਗ ਸੀ, ਇਹਨਾਂ ਦੀ ਪਿੱਛੇ ਮਨਸ਼ਾ ਕੀ ਲੱਗਦੀ? ਵੀ ਪੱਕੇ ਹੋਣਾ ਸੀ, ਸਿਰਫ ਇਹੀ ਗੱਲ ਸੀ? ਇਹਨਾਂ ਦਾ ਮਨਸ਼ਾ ਹੀ ਪੱਕੇ ਹੋਣ ਦੀ ਸੀ। ਹੂੰ ਇਹਨਾਂ ਨੇ ਵੱਡੀ ਗੱਲ ਨਹੀਂ ਕਿ ਹੋਰ ਤੀਜੇ ਹਸਬੈਂਡ ਨਾਲ ਵੀ ਨੈਗੋਸ਼ੀਏਟ ਕਰ ਰਹੇ ਹੋਣ ਕਿ ਤੁਹਾਨੂੰ ਅਮਰੀਕਾ ਲੈ ਕੇ ਜਾਵਾਂਗੇ ਤੇ ਇੰਨਾ ਪੈਸਾ ਲੈਣਾ ਅਸੀਂ। ਇਹੋ ਜਿਹੇ ਬੰਦਿਆਂ ਦਾ ਕੀ ਇਤਬਾਰ ਹੈ? ਹੂੰ ਅੱਛਾ, ਤੁਸੀਂ ਪਿਛਲੇ ਦਿਨੀ ਜਦੋਂ ਕੰਪਲੇਂਟ ਕੀਤੀ ਜੀ, ਇੱਥੇ NRI ਵਿੰਗ ਨੂੰ ਕੰਪਲੇਂਟ ਦਿੱਤੀ ਹੈ, ਤੇ ਉਸ ਤੋਂ ਬਾਅਦ ਤੁਸੀਂ ਹੋਰ ਵੀ ਮੀਡੀਆ ਚੈਨਲਸ ਦੇ ਸਾਹਮਣੇ ਤੁਸੀਂ ਆਪਣੀ ਸਾਰੀ ਗੱਲ ਰੱਖੀ ਸੀ। ਉਸ ਤੋਂ ਬਾਅਦ ਅਖਬਾਰਾਂ 'ਚ ਵੀ ਖਬਰ ਲੱਗੀ, ਤੇ ਉਹਦਾ ਰਿਐਕਸ਼ਨ ਉਸ ਤੋਂ ਬਾਅਦ ਕੀ ਹੋਇਆ? ਕਿ ਉਸ ਤੋਂ ਬਾਅਦ ਕੁੜੀ ਦੇ ਘਰਦਿਆਂ ਨੇ ਤੁਹਾਨੂੰ ਫੋਨ ਕੀਤਾ ਜੀ? ਉਹਦੀ ਮਾਂ ਨੇ ਸਾਨੂੰ ਬਹੁਤ ਟੈਲੀਫੋਨ ਕੀਤੇ, ਟੈਲੀਫੋਨ ਕਰਕੇ ਕਹਿੰਦੀ ਹੈ ਮੇਰੀ ਕੁੜੀ ਦਾ ਤਾਂ ਵਿਆਹ ਨਹੀਂ ਹੋਇਆ, ਅੱਛਾ ਜੀ। ਸਬੂਤ ਮੇਰੇ ਕੋਲ ਸਾਰੇ। ਤੇ ਉਹ ਕਹਿੰਦੀ ਹੈ ਮੇਰੀ ਕੁੜੀ ਦਾ ਵਿਆਹ ਹੀ ਨਹੀਂ ਹੋਇਆ, ਤੁਸੀਂ ਝੂਠ ਬੋਲਦੇ ਹੋ। ਤੇ ਬਾਪ ਕਹਿੰਦਾ ਮੇਰੀ ਕੁੜੀ ਨੇ ਗਲਤੀ ਕੀਤੀ ਹੈ, ਬੱਚਿਆਂ ਕੋਲੋਂ ਗਲਤੀ ਹੋ ਜਾਂਦੀ ਹੈ, ਤੇ ਇਹੋ ਜਿਹੀ ਕੁੜੀ ਨੂੰ ਤਾਂ ਮਰ ਜਾਣਾ ਚਾਹੀਦਾ ਹੈ। ਹੁਣ ਮੈਂ ਕਿਹਦੀ ਗੱਲ ਤੇ ਮੰਨਾਂ, ਮਾਂ ਦੀ ਮੰਨਾਂ ਜਾਂ ਬਾਪ ਦੀ ਮੰਨਾਂ ਜਾਂ ਕੁੜੀ ਦੀ ਮੰਨਾਂ? ਅੱਛਾ, ਕੁੜੀ ਨਾਲ ਗੱਲ ਹੋਈ ਉਸ ਤੋਂ ਬਾਅਦ ਤੁਹਾਡੀ ਜੀ, ਜੇ ਤੁਸੀਂ ਮੀਡੀਆ ਦੇ ਸਾਹਮਣੇ ਗੱਲ ਰੱਖੀ, ਉਸ ਤੋਂ ਬਾਅਦ ਕੁੜੀ ਨੇ ਤੁਹਾਨੂੰ ਟੈਲੀਫੋਨ ਕੀਤਾ ਹੋਵੇ ਜੀ? ਨਾ ਜੀ, ਕੁੜੀ ਗਾਲਾਂ ਕੱਢਦੀ ਹੈ, ਕਹਿੰਦੀ ਮੇਰੀ ਨੰਗੀ ਦੀ, ਮੈਂ ਨੰਗੀ ਫੋਟੋ ਭੇਜਦੀ ਹਾਂ ਆਪਣੀ, ਉਹ ਵੀ ਪੇਪਰਾਂ 'ਚ ਲਾ ਦਿਓ। ਤੇ ਪੁਲਿਸ ਵੱਲੋਂ ਕੋਈ ਤਫਤੀਸ਼ ਕੀਤੀ ਗਈ ਹੈ ਜੀ? ਕੋਈ ਤੁਸੀਂ ਕੰਪਲੇਂਟ ਦਿੱਤੀ ਹੈ, ਕਿੰਨਾ ਟਾਈਮ ਹੋ ਗਿਆ ਜੀ ਕੰਪਲੇਂਟ ਦਿੱਤੀ ਨੂੰ, ਤੇ ਹੁਣ ਪੁਲਿਸ ਦਾ ਉਹਦੇ ਤੇ ਕੀ ਐਕਸ਼ਨ? ਮੇਰਾ ਖਿਆਲ ਕਹਿੰਦਾ ਮਹੀਨੇ ਤੋਂ ਉੱਤੇ ਹੋ ਚੁੱਕਿਆ ਹੈ। ਅੱਛਾ ਜੀ, ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ? ਪੁਲਿਸ ਨੇ ਕੁਝ ਹੁਣ ਕੀਤਾ ਹੈ? ਉੱਥੇ ਹਜ਼ਾਰਾਂ ਕੇਸ ਪਏ, ਇਨਵੈਸਟੀਗੇਸ਼ਨ ਤਾਂ ਹੋਣੀ ਹੈ ਪਰ ਟਾਈਮ ਲੱਗਣਾ ਹੈ। ਠੀਕ ਹੈ। ਤੇ ਹੁਣ ਤੁਹਾਡੀ ਪੂਰੀ ਫੈਮਿਲੀ ਇੱਥੇ ਹੀ ਹੈ ਜੀ, ਅਮਰੀਕਾ 'ਚ ਹੀ ਹੋ ਤੁਸੀਂ ਇੱਕ ਵਾਰ? हाँ जी, मेरी फैमिली, मेरी घर वाली, मेरे 2 बेटे 1 बेटी ते मेरा जवाई दा फैमिली इत्थे है। मेरा बड़ा पुत्त इत्थे है जिहड़ा नंबर 2 है, ओहदी घर वाली इत्थे है ते ओहदी 2 बेटियां, मेरियां 2 अपनी ग्रैंड डॉटर्स, ये सारा कुछ मेरा परिवार तो सारा इत्थे है। ਤੇ ਹੁਣ ਤੁਸੀਂ ਕੀ ਅੱਗੇ ਫਿਊਚਰ ਦਾ ਸੋਚ ਰਹੇ ਹੋ ਤੁਹਾਡੇ ਬੇਟੇ ਬਾਰੇ? ਸਤਿੰਦਰ ਸਿੰਘ ਹੈ, ਕਿਉਂਕਿ ਲੀਗਲੀ ਜਿਹੜਾ ਤਲਾਕ ਜਿਹੜਾ ਲੈਣਾ ਪਊਗਾ, ਤੇ ਉਸ ਟਾਈਮ ਤੱਕ ਦੂਜਾ ਵਿਆਹ ਜਿਹੜਾ ਹੈਗਾ ਇਹਨਾਂ ਦਾ ਵੀ ਨਹੀਂ ਹੋ ਸਕਦਾ, ਸੋ ਤਲਾਕ ਜਿਹੜਾ ਜਲਦ। मैं कोई कानून तोड़ के अपने बेटे का ब्याह नहीं करना चाहता। ਜਦੋਂ ਤੱਕ ਤਲਾਕ ਨਹੀਂ ਹੁੰਦਾ, ਮੇਰੇ ਕੋਲ ਇਸ ਟਾਈਮ ਘੱਟ ਤੋਂ ਘੱਟ ਜੇ ਜ਼ਿਆਦਾ ਨਹੀਂ ਤਾਂ 20-25 ਕੁੜੀਆਂ ਨੇ ਫੋਟੋਆਂ ਆ ਚੁੱਕੀਆਂ, ਤੇ ਇੱਥੇ ਵੀ, ਕੈਨੇਡਾ ਤੋਂ ਵੀ, ਮਲੇਸ਼ੀਆ ਤੋਂ ਵੀ, ਆਪਣੇ ਇੰਡੋਨੇਸ਼ੀਆ ਤੋਂ ਵੀ ਤੇ ਇੰਡੀਆ ਤੋਂ ਵੀ। ਮੈਂ ਅਜੇ ਮੈਨੂੰ ਕੋਈ ਫੈਸਲਾ ਨਹੀਂ ਕਰਨਾ ਜਦੋਂ ਤੱਕ ਇਹ ਤਲਾਕ ਪੂਰਾ ਨਹੀਂ ਹੋ ਜਾਂਦਾ, ਇਸ ਕੁੜੀ ਨੂੰ ਰਿਪੋਰਟ ਨਹੀਂ ਕੀਤਾ ਜਾਂਦਾ, ਤੇ ਇਹਦੇ ਤੇ ਫਰਾਡ ਦਾ ਕੇਸ ਨਹੀਂ ਬਣਦਾ, ਇਹ ਜੇਲ੍ਹ 'ਚ ਨਹੀਂ ਜਾਂਦੀ। ਪਰ ਜਦੋਂ ਤੱਕ ਤਲਾਕ ਨਹੀਂ ਹੁੰਦਾ ਮੈਂ ਕੁਝ ਨਹੀਂ, ਕੋਈ ਕਾਨੂੰਨ ਨਹੀਂ ਤੋੜਨਾ ਚਾਹੁੰਦਾ।
ਪਰ ਲੱਗਦਾ ਵੀ ਜਿਸ ਤਰੀਕੇ ਨਾਲ ਚੱਲ ਰਿਹਾ ਸਭ, ਤਲਾਕ ਲੈਣ 'ਚ ਬਹੁਤ ਸਮਾਂ ਵੀ ਲੱਗ ਸਕਦਾ, ਕਿਉਂਕਿ ਤੁਹਾਡਾ ਇਸ ਵੇਲੇ ਕੰਟੈਕਟ ਵੀ ਸ਼ਾਇਦ ਉਹਨਾਂ ਦੇ ਨਾਲ ਨਹੀਂ ਗਾ, ਕੁੜੀ ਦੇ ਨਾਲ, ਤੇ ਇਸ ਦੇ ਚੱਲਦੇ ਉਹਦਾ ਜਿਹੜਾ ਫਿਊਚਰ ਹੈ ਉਸ ਤੇ ਕਿੰਨਾ ਕੁ ਇੰਪੈਕਟ ਪੈ ਰਿਹਾ ਜੀ ਤੁਹਾਡੇ ਬੇਟੇ ਦੇ? ਦੇਖੋ ਜੀ, ਗਲਤ ਕੰਮ ਕੀਤਾ ਉਹਨਾਂ ਨੇ, ਹੂੰ, ਫਿਕਰ ਉਹਨਾਂ ਨੂੰ ਹੋਣਾ ਚਾਹੀਦਾ ਹੈ। ਅਸੀਂ ਨਾ ਗਲਤ ਕੰਮ ਕੀਤਾ ਹੈ, ਨਾ ਅਸੀਂ ਕੁਝ ਗਲਤ ਹੋਣ ਦੇਵਾਂਗੇ। ਟਾਈਮ ਲੱਗਦਾ ਹੈ, ਲੱਗੇ, ਪਰ ਮੈਨੂੰ ਇਨਸਾਫ ਚਾਹੀਦਾ ਹੈ। ਹੂੰ, ਹੂੰ। ਰਜਿੰਦਰ ਜੀ, ਤੁਸੀਂ ਕੀ ਮੈਸੇਜ ਹੋਰਾਂ ਨੂੰ ਵੀ, ਪੰਜਾਬੀਆਂ ਨੂੰ ਦੇਣਾ ਚਾਹੋਗੇ? ਕਿਉਂਕਿ ਇਸ ਤਰ੍ਹਾਂ ਦੇ ਨਾਲ ਅਕਸਰ ਹੁੰਦਾ ਹੈ। ਆਮ ਤੌਰ ਤੇ ਇੱਕ ਟਾਈਮ ਸੀ ਜਦੋਂ ਮੁੰਡੇ ਬਦਨਾਮ ਹੁੰਦੇ ਸੀ, ਉਹ ਕਹਿੰਦੇ ਸੀਗੇ ਵੀ ਮੁੰਡੇ ਜਿਹੜੇ ਨੇ ਉਹ ਪੱਕੇ ਹੋਣ ਦੇ ਚੱਕਰ 'ਚ ਕੁੜੀ ਨਾਲ, ਬਾਹਰਲੀ ਨਾਲ ਵਿਆਹ ਕਰਾ ਲੈਂਦੇ ਤੇ ਬਾਅਦ 'ਚ ਉਹਨੂੰ ਛੱਡ ਦਿੰਦੇ ਨੇ। ਪਰ ਹੁਣ ਪਿਛਲੇ ਕੁਝ ਕੁ ਸਾਲਾਂ ਤੋਂ ਇਸ ਤਰ੍ਹਾਂ ਦੇ ਕੇਸ ਵੀ ਸੁਣਨ ਨੂੰ ਮਿਲ ਰਹੇ ਨੇ ਜਿੱਥੇ ਕੁੜੀਆਂ ਚੀਟ ਕਰਦੀਆਂ ਨੇ, ਤੇ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਜਿਹੜੇ ਹੋਰ ਵੀ ਪੰਜਾਬੀ ਨੇ? ਮੈਂ ਸਾਰੇ ਭੈਣਾਂ ਭਰਾਵਾਂ, ਬੱਚਿਆਂ, ਦੋਸਤਾਂ ਮਿੱਤਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਜਿੱਥੇ ਵੀ ਕੁੜੀ ਦਾ ਵਿਆਹ ਕਰਦੇ ਹੋ ਜਾਂ ਮੁੰਡੇ ਦਾ ਵਿਆਹ ਕਰਦੇ ਹੋ, NRI ਨਾਲ ਜਾਂ ਇੰਡੀਆ ਦੇ ਵਿੱਚ, ਪੂਰੀ ਤਰ੍ਹਾਂ ਉਹਦੀ ਤਫਤੀਸ਼ ਕਰਕੇ, ਉਹਦੀ ਇਨਕੁਆਇਰੀ ਕਰਕੇ, ਚਾਰੇ ਪਾਸੇ ਜਾਣ ਬੁੱਝ ਕੇ, ਦੇਖ ਕੇ, ਖਾਨਦਾਨ ਦੇਖ ਕੇ ਤਾਂ ਵਿਆਹ ਕਰੋ। ਇਸ ਤਰ੍ਹਾਂ ਨਾ ਜਿਸ ਤਰ੍ਹਾਂ ਅਸੀਂ ਕੰਜਰ ਖਾਨੇ 'ਚ ਫਸੇ ਹੋਏ ਹਾਂ, ਹੂੰ, ਅਸੀਂ ਆਪਣੇ ਗਲ 'ਚ ਫਾਂਸੀ ਪਾ ਲਈ, ਇਸ ਤਰ੍ਹਾਂ ਕੋਈ ਨਾ ਕਰੇ ਤੇ ਨਾ ਕਿਸੇ ਨਾਲ ਰੱਬ ਕਰੇ ਹੋਵੇ। ਹੂੰ, ਹੂੰ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਸਿਲਸਿਲੇ ਦੇ ਵਿੱਚ ਕੋਈ ਕੰਪਲੇਂਟ ਜਿਹੜੀ ਦਿੱਤੀ ਹੈ ਜੀ? ਜੀ, ਦਿੱਤੀ ਹੋਈ ਹੈ। ਅੱਛਾ, ਉਹਦੇ 'ਚ ਤੁਸੀਂ ਕੀ ਮੰਗ ਕੀਤੀ ਹੈ ਜੀ? ਅਸੀਂ ਇਹੀ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਿਓ। ਠੀਕ ਹੈ। ਤੇ ਹੁਣ ਤੁਹਾਨੂੰ ਆਸ ਕਿੰਨੀ ਕੁ ਹੈ ਜੀ? ਪੰਜਾਬ ਸਰਕਾਰ ਤੋਂ ਕਿੰਨੀ ਕੁ ਆਸ ਹੈ? ਪੰਜਾਬ ਪੁਲਿਸ ਤੋਂ ਕਿੰਨੀ ਕੁ ਆਸ ਹੈ ਜੀ? ਦੇਖੋ ਜੀ, ਮੈਨੂੰ ਨਹੀਂ ਪਤਾ ਪੁਲਿਸ ਨੇ ਕਿੰਨੀ ਇਮਾਨਦਾਰੀ ਨਾਲ ਕੰਮ ਕਰਨਾ ਜਾਂ ਨਹੀਂ ਕਰਨਾ। ਹੂੰ, ਮੈਂ ਆਪਣਾ ਟਰੰਪ ਕਾਰਡ ਸੁੱਟ ਚੁੱਕਿਆ। ਜੋ ਕੁਛ, ਮੈਨੂੰ ਤਾਂ ਸਿਰਫ ਇਨਸਾਫ ਚਾਹੀਦਾ ਹੈ। ਹੂੰ, ਹੂੰ, ਹੁਣ ਪੰਜਾਬ ਸਰਕਾਰ ਕੀ ਕਰਦੀ ਹੈ, ਪੰਜਾਬ ਪੁਲਿਸ ਕੀ ਕਰਦੀ ਹੈ, ਮੈਨੂੰ ਨਹੀਂ ਪਤਾ। ਕਿੰਨੀ ਇਮਾਨਦਾਰੀ ਨਾਲ ਕੰਮ ਕਰਦੀ ਹੈ, ਮੈਨੂੰ ਨਹੀਂ ਪਤਾ। ਹੂੰ। ਅੱਛਾ, ਜਿਹੜੀ ਕੁੜੀ ਹੈ ਜੀ ਪੁਨਰਵਾਸੂ, ਉਹਨੂੰ ਤੁਸੀਂ ਕੋਈ ਸਾਡੇ ਜ਼ਰੀਏ ਕੋਈ ਮੈਸੇਜ ਦੇਣਾ ਚਾਹੋਗੇ? ਮੈਂ ਕੀ ਮੈਸੇਜ ਦੇ ਸਕਦਾ? ਹੂੰ, ਜਿਹੜਾ ਪਰਿਵਾਰ ਹੀ ਇਸ ਤਰ੍ਹਾਂ ਦਾ ਧੀਆਂ ਵੇਚਣ ਵਾਲਾ ਹੈ, ਹੂੰ, ਧੀਆਂ ਦਾ ਸੌਦਾ ਕਰਨ ਵਾਲਾ ਹੈ, ਮਾਂ ਆਪ ਨਾਲ ਹੋ ਕੇ ਦੂਜੇ ਵਿਆਹ ਕਰਾ ਰਹੀ ਹੈ, ਦੋ ਦੋ ਖਸਮਾਂ ਨੂੰ ਬਣਾ ਕੇ ਲੁੱਟ ਰਹੀ ਹੈ, ਉਹਨੂੰ ਕੀ ਮੈਸੇਜ ਤੁਸੀਂ ਦੇ ਸਕਦੇ ਹੋ? ਹੂੰ। ਠੀਕ ਹੈ ਇਹੋ ਜੀ। ਜਿਹੇ ਬੰਦੇ ਨੂੰ ਕੀ ਮੈਸੇਜ ਦੇ ਸਕਦੇ ਹੋ ਤੁਸੀਂ, ਹੂੰ। ਜਿਹਦਾ ਕੋਈ ਧਰਮ ਇਮਾਨ ਹੈ ਹੀ ਨਹੀਂ? ਠੀਕ ਹੈ ਰਜਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਕੀਮਤੀ ਸਮਾਂ ਦੇਣ ਦੇ ਲਈ, ਤੇ ਅਸੀਂ ਆਸ ਕਰਦੇ ਹਾਂ ਜਿਹੜਾ ਇਹ ਤੁਸੀਂ ਮੰਗ ਕੀਤੀ ਹੈ, ਜੋ ਸ਼ਿਕਾਇਤ ਤੁਸੀਂ ਦਰਜ ਕਰਾਈ, ਉਹਦੇ ਵਿੱਚ ਜਿਹੜੀ ਫੇਅਰ ਹੈ ਇਨਵੈਸਟੀਗੇਸ਼ਨ ਜਲਦ ਤੋਂ ਜਲਦ ਹੋਵੇ, ਤੇ ਜੇਕਰ ਤੁਹਾਡੇ ਨਾਲ ਸੱਚੀ ਇਸ ਤਰ੍ਹਾਂ ਦੇ ਨਾਲ ਚੀਟਿੰਗ ਹੋਈ ਹੈ ਤਾਂ ਤੁਹਾਨੂੰ ਇਨਸਾਫ ਮਿਲੇ ਜੀ। ਹਾਂਜੀ, ਥੈਂਕ ਯੂ ਵੈਰੀ ਮੱਚ। ਰਾਕੇਸ਼ ਜੀ, ਰਜਿੰਦਰ ਜੀ ਨੇ ਤੁਹਾਡੇ ਤੇ ਐਲੀਗੇਸ਼ਨਸ ਲਾਏ ਨੇ ਵੀ ਉਹਨਾਂ ਦੇ ਬੇਟੇ ਸਤਿੰਦਰ ਦੇ ਨਾਲ ਤੁਹਾਡੀ ਬੇਟੀ ਨੇ ਚੀਟਿੰਗ ਕੀਤੀ ਹੈ, ਵਿਆਹ ਕਰਾਇਆ ਪਹਿਲਾਂ, ਉਸ ਤੋਂ ਬਾਅਦ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਾਇਆ, ਤੇ ਤੁਹਾਡੀ ਪੂਰੀ ਫੈਮਿਲੀ ਨੂੰ ਕਿਹਾ ਵੀ ਤੁਸੀਂ ਉਹਨਾਂ ਦੇ ਨਾਲ ਫਰਾਡ ਕੀਤਾ ਜੀ। ਵੀਰ ਜੀ, ਇਹ ਗੱਲਾਂ ਸਾਰੀਆਂ ਝੂਠੀਆਂ, ਇਹਦੇ ਵਿੱਚ ਕੋਈ ਸੱਚਾਈ ਨਹੀਂ। ਸਾਡਾ ਉਹਨਾਂ ਨਾਲ ਉੱਥੋਂ ਦੀ ਅਮਰੀਕਾ ਦੀ ਕੋਰਟ ਦੇ ਵਿੱਚ ਡਿਵੋਰਸ ਦਾ ਕੇਸ ਫਾਈਲ, ਠੀਕ ਹੈ। ਅੱਛਾ ਜੀ। ਉਸ ਡਿਵੋਰਸ ਦੇ ਕੇਸ ਨੂੰ ਦਬਾਉਣ ਵਾਸਤੇ ਇਹ ਝੂਠੇ ਐਲੀਗੇਸ਼ਨ ਸਾਡੇ ਉੱਤੇ ਲਾ। ਤੇ ਇੱਕ ਉਹਨਾਂ ਨੇ ਇਹ ਵੀ ਕਿ ਉਹਨਾਂ ਨੇ NRI ਵਿੰਗ 'ਚ ਵੀ ਤੁਹਾਡੀ ਕੰਪਲੇਂਟ ਕੀਤੀ ਹੈ ਜੀ, ਸਾਰਿਆਂ ਦੇ ਮੋਹਾਲੀ ਦੇ ਵਿੱਚ। ਉਹਦਾ ਸਾਨੂੰ ਕੁਝ ਵੀ ਨਹੀਂ ਪਤਾ, ਨਾ ਸਾਡੇ ਕੋਲੇ ਕੋਈ ਉਹਦੇ ਕਾਪੀ ਆ, ਨਾ ਸਾਨੂੰ ਕੋਈ ਇਨਫੋਰਮੇਸ਼ਨ, ਨਾ ਜੀ। ਐ ਤਾਂ ਸਾਨੂੰ ਉਹਦੇ ਬਾਰੇ ਜਦੋਂ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ, ਅਸੀਂ ਤੁਹਾਨੂੰ ਕੁਝ ਨਹੀਂ ਕਹਿ ਸਕਦੇ। ਤੁਸੀਂ ਇਹ ਦੱਸ ਸਕਦੇ ਹੋ ਜੀ ਤੁਹਾਡੀ ਬੇਟੀ ਹੁਣ ਕਿਹਦੇ ਨਾਲ ਮੈਰਿਡ ਹੈ ਫਿਲਹਾਲ ਜੀ? ਉਹ ਸਤਿੰਦਰ ਸਿੰਘ ਨਾਲ ਹੀ ਮੈਰਿਡ ਹੈ। ਅੱਛਾ, ਜਸਤਿੰਦਰ ਸਿੰਘ ਨਾਲ ਹੀ ਹੈ। ਤੇ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਅਜੇ ਕੇਸ ਦੇ ਵਿੱਚ ਚੱਲ ਰਿਹਾ ਜੀ, ਕੇਸ ਜਿਹੜਾ ਹੈਗਾ ਉੱਥੇ US ਦੇ ਵਿੱਚ? ਅਮਰੀਕਾ ਦੀ ਕੋਰਟ 'ਚ ਕੇਸ ਫਾਈਲ। ਠੀਕ ਹੈ, ਚਲੋ ਠੀਕ ਹੈ ਜੀ, ਥੈਂਕ ਯੂ।